हेलो स्टूडेंट्स, हम सुखविंਦਰ ਕੌਰ फ्रॉम डिपार्टमेंट ऑफ इकोनॉमिक्स GDST कॉलेज हरियाणा हुशियारपुर। ਕੱਲ੍ਹ ਦੇ ਲੈਕਚਰ ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਮੋਨੋਪਲਿਸਟੀ ਕੰਪੀਟੀਸ਼ਨ। ਮੋਨੋਪਲਿਸਟੀ ਕੰਪੀਟੀਸ਼ਨ ਉਹ ਕੰਪੀਟੀਸ਼ਨ ਜਿਸ ਨੂੰ ਤੁਸੀਂ ਰੋਜ਼ ਫੇਸ ਕਰਦੇ ਹੋ, ਜਿਹਦੇ ਵਿੱਚ ਅਸੀਂ ਕਿਉਂਕਿ ਪਰਫੈਕਟ ਕੰਪੀਟੀਸ਼ਨ ਬਹੁਤ ਘੱਟ ਪਾਇਆ ਜਾਂਦਾ, ਮੋਨੋਪਲੀ ਬਹੁਤ ਘੱਟ ਪਾਈ ਜਾਂਦੀ ਹੈ। ਪਰਫੈਕਟ ਕੰਪੀਟੀਸ਼ਨ 'ਤੇ ਵੀ ਮੰਨਿਆ ਜਾਂਦਾ ਕਿ ਪਾਇਆ ਹੀ ਨਹੀਂ ਜਾਂਦਾ ਅਸਲ ਰੀਅਲ ਲਾਈਫ ਦੇ ਵਿੱਚ। ਐਂਡ ਮੋਨੋਪਲਿਸਟੀ ਕੰਪੀਟੀਸ਼ਨ ਹੈ ਜਿਹੜਾ ਉਹ ਰਿਐਲਿਟੀ ਹੈ, ਉਹ ਅਸਲ ਹੈ। ਔਰ ਉਹਦਾ ਮੀਨਿੰਗ ਔਰ ਮੋਨੋਪਲਿਸਟੀ ਕੰਪੀਟੀਸ਼ਨ ਦੀਆਂ ਜਿਹੜੀਆਂ ਫੀਚਰਸ ਆ ਉਹ ਅਸੀਂ ਲਾਸਟ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ। ਅਤੇ ਅੱਜ ਅਸੀਂ ਹੁਣ ਇਸ ਲੈਕਚਰ ਦੇ ਵਿੱਚ ਕਰਨਾ ਇਸ 'ਤੇ ਥੋੜ੍ਹੇ ਜਿਹੇ ਜਿਹੜੇ ਅੱਗੇ ਟੌਪਿਕਸ। ਸਭ ਤੋਂ ਪਹਿਲਾਂ ਤਾਂ ਪ੍ਰੋਡਕਟ ਡਿਫਰੈਂਸ਼ੀਏਸ਼ਨ ਕੀ ਹੁੰਦੀ ਹੈ, ਦੈਨ ਉਸ ਤੋਂ ਬਾਅਦ ਪ੍ਰਾਈਸ ਅਤੇ ਇਕੁਇਲੀਬਰੀਅਮ ਜਿਹੜੇ ਮੋਨੋਪਲਿਸਟੀ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਡਿਸਾਈਡ ਹੁੰਦੇ, ਡਿਟਰਮਿਨ ਹੁੰਦੇ ਆ। ਗਰੁੱਪ ਇਕੁਇਲੀਬਰੀਅਮ ਕੀ ਹੁੰਦਾ, ਐਕਸੈਸ ਕਪੈਸਿਟੀ ਕੀ ਹੁੰਦੀ ਹੈ। ਔਰ ਇਹ ਅਲੱਗ-ਅਲੱਗ ਕੰਸੈਪਟ ਸਾਰੇ ਆਪਣੀ ਆਪਣੀ ਜਗ੍ਹਾ ਅਲੱਗ-ਅਲੱਗ ਇੰਪੋਰਟੈਂਸ ਰੱਖਦੇ ਆ। ਜਿਸ ਤਰ੍ਹਾਂ ਪ੍ਰੋਡਕਟ ਡਿਫਰੈਂਸ਼ੀਏਸ਼ਨ 2 ਮਾਰਕਸ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਮੰਨਿਆ ਜਾਂਦਾ। ਪ੍ਰੋਡਕਟ ਡਿਫਰੈਂਸ਼ੀਏਸ਼ਨ ਦਾ ਜਿਹੜਾ ਕੰਸੈਪਟ ਹੈ ਪ੍ਰੋਫੈਸਰ ਚੈਂਬਰਲਿਨ ਨੇ ਦਿੱਤਾ ਸੀ। ਔਰ ਉਹਨਾਂ ਨੇ ਕੀ ਕਿਹਾ ਸੀਗਾ, ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਸੈਲਰਸ ਅਤੇ ਬਾਇਰਸ ਦੋਨੋਂ ਬਹੁਤ ਜ਼ਿਆਦਾ ਹੁੰਦੇ ਆ, ਪਰ ਉਹਦੇ ਵਿੱਚ ਇੱਕ ਜਿਹੜੀ ਫੀਚਰ, ਜੇ ਮੇਨ ਫੀਚਰ ਹੈ ਜਿਹੜੀ ਬਾਕੀ ਕੰਪੀਟੀਸ਼ਨਸ ਤੋਂ ਮੋਨੋਪਲਿਸਟਿਕ ਨੂੰ ਅਲੱਗ ਕਰ ਦਿੰਦੀ ਹੈ, ਉਹ ਹੈਗੀ ਪ੍ਰੋਡਕਟ ਡਿਫਰੈਂਸ਼ੀਏਸ਼ਨ। ਪ੍ਰੋਡਕਟ ਡਿਫਰੈਂਸ਼ੀਏਸ਼ਨ ਹੁੰਦਾ ਕਿ ਤੁਹਾਡਾ ਜਿਹੜਾ ਪ੍ਰੋਡਕਟ ਤੁਸੀਂ ਪ੍ਰੋਡਿਊਸ ਕਰਦੇ ਪਏ ਹੋ, ਜਿਹੜਾ ਤੁਸੀਂ ਵੇਚਦੇ ਪਏ ਹੋ, ਉਹਦੇ ਕਲੋਜ਼ ਸਬਸਟੀਟਿਊਟ ਹੁੰਦਾ ਹੈ। ਜਿਹੜਾ ਵੀ ਉਹਦੇ ਨਾਲ ਹੋਰ ਅਵੇਲੇਬਲ ਚੀਜ਼ਾਂ ਉਹ ਹੋਮੋਜੀਨੀਅਸ ਨਹੀਂ ਹੁੰਦੀਆਂ, ਪਰ ਕਲੋਜ਼ ਸਬਸਟੀਟਿਊਟ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਇੱਕ ਦੂਸਰੇ ਦੇ ਨਾਲ ਸਬਸਟੀਟਿਊਟ ਕਰ ਸਕਦੇ ਹੁੰਦੇ ਆ। ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਪੈਕਿੰਗ ਦਾ ਹੋ ਸਕਦਾ, ਕਲਰ ਦਾ ਹੋ ਸਕਦਾ, ਸਾਈਜ਼ ਦਾ ਹੋ ਸਕਦਾ, ਨਾਮ ਦਾ ਹੋ ਸਕਦਾ, ਅਤੇ ਉਹ ਹੋਮੋਜੀਨੀਅਸ ਨਹੀਂ ਹੁੰਦੀਆਂ, ਕਲੋਜ਼ ਸਬਸਟੀਟਿਊਟ ਹੁੰਦੀਆਂ। ਅਤੇ ਉਹ ਬਣਾਵਟੀ ਤੌਰ 'ਤੇ ਦੋਨੇ ਇੱਕੋ ਜਿਹੇ ਹੁੰਦੇ ਆ, ਬਸ ਉਹਨਾਂ ਦੇ ਜਿਹੜਾ ਫਰਕ ਆ ਨਾਮ ਦਾ, ਡਿਜ਼ਾਈਨ ਦਾ ਹੁੰਦਾ ਹੈ। ਕਿਉਂਕਿ ਨਾਮ ਦੇ ਡਿਜ਼ਾਈਨ ਦੇ ਉੱਤੇ ਤੁਸੀਂ ਇੱਕ ਤਰ੍ਹਾਂ ਨਾਲ ਮੋਨੋਪਲੀ ਕਰ ਲੈਂਦੇ ਹੋ, ਇਸ ਲਈ ਅਸੀਂ ਉੱਦਾਂ ਵੀ ਕਹਿੰਦੇ ਹਾਂ ਕਿ ਪਰਫੈਕਟ ਕੰਪੀਟੀਸ਼ਨ ਹੈ ਜਿਹੜਾ ਉਹ ਅਤੇ ਮੋਨੋਪਲੀ ਦੋਨਾਂ ਦਾ ਕੰਬੀਨੇਸ਼ਨ ਜਿਹੜਾ ਉਹ ਮੋਨੋਪਲਿਸਟਿਕ ਕੰਪੀਟੀਸ਼ਨ ਹੁੰਦਾ ਆ। ਔਰ ਉਸ ਤੋਂ ਬਾਅਦ ਵਿੱਚ ਇਹ ਆ ਕਿ ਇਹਦੇ ਨਾਲ ਕੰਜ਼ਿਊਮਰ ਨੂੰ ਵਰਾਇਟੀ ਮਿਲਦੀ ਹੈ, ਇਹਦੇ ਵਿੱਚ ਕੰਜ਼ਿਊਮਰ ਨੂੰ ਵਰਾਇਟੀ ਮਿਲਦੀ ਹੈ। ਔਰ ਅਲੱਗ ਪ੍ਰੋਡਕਟ ਦਾ ਬੇਸ਼ੱਕ ਉਹ ਕਲੋਜ਼ ਸਬਸਟੀਟਿਊਟ ਹੁੰਦੇ ਆ, ਪਰ ਸਾਰਿਆਂ ਦਾ ਆਪਣਾ ਆਪਣਾ ਪ੍ਰਾਈਸ ਹੁੰਦਾ। ਔਰ ਉਹ ਜਿਹੜਾ ਪ੍ਰਾਈਸ ਆ ਉਹ ਉਹਨਾਂ ਦੇ ਵਿੱਚ ਬਹੁਤ ਥੋੜ੍ਹਾ, ਪ੍ਰਾਈਸ ਦੇ ਵਿੱਚ ਜਿਹੜਾ ਡਿਫਰੈਂਸ ਆ ਬਹੁਤ ਘੱਟ ਹੁੰਦਾ, ਬਹੁਤ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ, ਮਾਈਨਰ ਜਿਹਾ ਡਿਫਰੈਂਸ ਹੁੰਦਾ, ਅਤੇ ਉਹ ਕਲੋਜ਼ ਸਬਸਟੀਟਿਊਟ ਹੁੰਦੇ ਆ। ਉਸ ਤੋਂ ਬਾਅਦ ਨੈਕਸਟ ਟੌਪਿਕ ਆ ਜਿਹੜਾ ਉਹ ਹੈਗਾ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜਾ ਇਕੁਇਲੀਬਰੀਅਮ ਪ੍ਰਾਈਸ ਅਤੇ ਆਊਟਪੁੱਟ ਆ ਉਹ ਕਿਸ ਤਰ੍ਹਾਂ ਡਿਟਰਮਿਨ ਕੀਤਾ ਜਾਂਦਾ, ਇਹ ਆਪਾਂ ਕਰਦੇ ਹਾਂ ਹੁਣ। ਨੈਕਸਟ ਹੈਗਾ ਪ੍ਰਾਈਜ਼ ਐਂਡ ਇਕੁਇਲੀਬਰੀਅਮ ਅੰਡਰ ਮੋਨੋਪਲਿਸਟਿਕ ਕੰਪੀਟੀਸ਼ਨ। ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਠੀਕ ਉਸੇ ਤਰ੍ਹਾਂ ਪ੍ਰਾਈਜ਼ ਅਤੇ ਆਊਟਪੁੱਟ ਜਿਹੜੇ ਡਿਸਾਈਡ ਹੁੰਦੇ ਆ, ਡਿਟਰਮਿਨ ਹੁੰਦੇ ਜਿਸ ਤਰ੍ਹਾਂ ਮੋਨੋਪਲੀ 'ਚ ਹੁੰਦੇ ਸੀ। ਬਸ ਸਿਰਫ ਇਹ ਆ ਡਿਫਰੈਂਸ ਕਿ ਮੋਨੋਪਲੀ ਦੇ ਵਿੱਚ ਐਵਰੇਜ ਰੈਵਨਿਊ ਅਤੇ ਮਾਰਜਨ ਰੈਵਨਿਊ ਕਰਵਸ ਜਿਹੜੀਆਂ ਡਾਊਨਵਰਡ ਸਲੋਪ ਦੀਆਂ ਹੈਗੀਆਂ ਉਹ ਥੋੜ੍ਹੀਆਂ ਸਟੀਪ ਹੁੰਦੀਆਂ ਅਤੇ ਇੱਥੇ ਫਲੈਟ ਹੁੰਦੀਆਂ। ਅਦਰਵਾਈਜ਼ ਸੇਮ ਐਕਸਪਲੇਨੇਸ਼ਨ ਆ ਕਿ ਸ਼ਾਰਟ ਪੀਰੀਅਡ ਦੇ ਵਿੱਚ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਸ਼ਾਰਟ ਪੀਰੀਅਡ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਹੁੰਦੇ ਆ, ਨਾਰਮਲ ਪ੍ਰੋਫਿਟ ਹੁੰਦੇ ਆ, ਲਾਸ ਵੀ ਫੇਸ ਕਰਨੀ ਪੈ ਜਾਂਦੀ ਹੈ। ਅਤੇ ਲੌਂਗ ਪੀਰੀਅਡ ਦੇ ਵਿੱਚ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਸਿਰਫ ਅਤੇ ਸਿਰਫ ਨਾਰਮਲ ਪ੍ਰੋਫਿਟ ਜਿਹੜੇ ਉਹ ਹੁੰਦੇ ਆ। ਸੇਮ ਡਾਇਗਰਾਮਸ, ਸੇਮ ਐਕਸਪਲੇਨੇਸ਼ਨ ਆ, ਇਸ ਲਈ ਬਹੁਤ ਘੱਟ ਟਾਈਮ ਲਗਾਉਂਗੀ। ਸਭ ਤੋਂ ਪਹਿਲਾਂ ਸ਼ਾਰਟ ਪੀਰੀਅਡ ਦੇ ਵਿੱਚ ਸਭ ਤੋਂ ਪਹਿਲਾਂ ਫਾਰਮ ਨੂੰ ਸੁਪਰ ਨਾਰਮਲ ਪ੍ਰੋਫਿਟ ਹੁੰਦਾ। ਡਾਊਨਵਰਡ ਸਲੋਪਿੰਗ ਐਵਰੇਜ ਰੈਵਨਿਊ ਅਤੇ ਮਾਰਜਨਲ ਰੈਵਨਿਊ ਆ। ਐਵਰੇਜ ਕੋਸਟ ਕਰਵ ਹੈ ਜਿਹੜੀ ਐਵਰੇਜ ਰੈਵਨਿਊ ਨੂੰ ਹੇਠਾਂ ਤੋਂ ਮਤਲਬ ਐਵਰੇਜ ਰੈਵਨਿਊ ਦਾ ਮਾਰਜਨ ਰੈਵਨਿਊ ਦੇ ਵਿੱਚੋਂ ਜਾਂਦੀ ਹੈ। ਐਵਰੇਜ ਕੋਸਟ ਦੇ ਮਿਨੀਮਮ ਤੋਂ ਮਾਰਜਨਲ ਕੋਸਟ ਇੰਟਰਸੈਕਟ ਕਰਦੀ ਹੈ, ਅਤੇ ਮਾਰਜਨਲ ਕੋਸਟ ਦਾ ਮਿਨੀਮਮ ਆ ਜਿਹੜਾ ਐਵਰੇਜ ਕੋਸਟ ਤੋਂ ਵੀ ਪਹਿਲਾਂ ਆ ਰਿਹਾ ਅਤੇ ਮਾਰਜਨਲ ਰੈਵਨਿਊ ਤੋਂ ਹੇਠਾਂ ਆ ਰਿਹਾ। ਉਸ ਤੋਂ ਬਾਅਦ ਜਿਹੜੀ ਇਕੁਇਲੀਬਰੀਅਮ ਆਊਟਪੁੱਟ ਹੈ ਉਹ ਕਿੱਥੇ ਹੋਏਗੀ, ਜਿੱਥੇ MC ਅਤੇ MR ਮਾਰਜਨਲ ਰੈਵਨਿਊ ਅਤੇ ਮਾਰਜਨਲ ਕੋਸਟ ਇੰਟਰਸੈਕਟ ਕਰਦੇ ਆ, ਮਤਲਬ OM ਹੋਏਗੀ। ਅਤੇ ਪ੍ਰਾਈਸ ਜਿਹੜਾ ਚਾਰਜ ਕੀਤਾ ਜਾਏਗਾ ਜਿੱਥੇ ਇਹ ਆਊਟਪੁੱਟ ਕਰਵ ਹੈ ਜਿਹੜੀ ਤੁਹਾਡੀ OM ਕਰਵ ਜਦੋਂ ਤੁਸੀਂ ਇਹਨੂੰ ਡਰੋ ਕਰੋਗੇ, ਇਹ ਲਾਈਨ ਜਿੱਥੇ ਜਾ ਕੇ ਤੁਹਾਡੀ ਕੋਸਟ ਐਵਰੇਜ ਕੋਸਟ ਨੂੰ ਟੱਚ ਕਰਦੀ ਹੈ, B ਪੁਆਇੰਟ 'ਤੇ ਟੱਚ ਕਰਦੀ, ਇਸ ਲਈ ਤੁਸੀਂ ਪ੍ਰਾਈਸ ਜਿਹੜੀ ਤੁਹਾਡੀ ਕੋਸਟ ਆਉਂਦੀ ਪਈ ਉਹ ਕਿੰਨੀ ਆਉਂਦੀ ਪਈ ਹੈ OC। ਪ੍ਰਾਈਸ ਕਿੰਨਾ ਚਾਰਜ ਕਰੋਗੇ ਜਿੱਥੇ ਤੱਕ ਕਿ ਇਹ ਕਰਵ ਰੈਵਨਿਊ ਕਰਵ ਨੂੰ ਐਵਰੇਜ ਰੈਵਨਿਊ ਨੂੰ ਟੱਚ ਕਰਦੀ ਹੈ, ਉਹ A 'ਤੇ ਕਰਦੀ ਪਈ ਹੈ। ਮੀਨਸ ਤੁਹਾਡੀ ਜਿਹੜੀ ਕੋਸਟ ਆ ਉਹ ਆਉਂਦੀ ਪਈ OC ਅਤੇ ਤੁਸੀਂ ਪ੍ਰਾਈਸ ਚਾਰਜ ਕਰਨਾ OP। ਇਸ ਲਈ ਇਹ ਜਿਹੜਾ ABCP ਏਰੀਆ ਹੈਗਾ ਇਹ ਸੁਪਰ ਨਾਰਮਲ ਪ੍ਰੋਫਿਟ ਆ। ਪਰ ਜਦੋਂ ਇੱਕ ਫਰਮ ਨੂੰ ਸੁਪਰ ਨਾਰਮਲ ਪ੍ਰੋਫਿਟ ਹੁੰਦੇ ਦੇਖੇਗੀ ਦੂਸਰੀ ਫਰਮ, ਤਾਂ ਬਿਨਾਂ ਸ਼ੱਕ ਉਹ ਵੀ ਬਿਜ਼ਨਸ ਦੇ ਵਿੱਚ ਐਂਟਰ ਕਰੇਗੀ, ਕਿਉਂਕਿ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਐਂਟਰੀ ਹੈ ਜਿਹੜੀ ਉਹ ਓਪਨ ਆ।
ਜਦੋਂ ਨਵੀਂ ਫਰਮ ਐਂਟਰ ਕਰ ਜਾਏਗੀ ਤੇ ਫਿਰ ਪਹਿਲੀਆਂ ਫਰਮਸ ਜਿਹੜੀਆਂ ਪਹਿਲਾਂ ਹੀ ਕੰਮ ਕਰਦੀਆਂ ਪਈਆਂ ਉਹਨਾਂ ਦੇ ਸੁਪਰ ਨਾਰਮਲ ਤੇ ਸ਼ਿਫਟ ਹੋ ਜਾਣਗੇ, ਕਿਉਂਕਿ ਉਹਦੀ ਵੀ ਸਪਲਾਈ ਕਰਵਾ ਜਾਏਗੀ, ਉਹਦੀ ਵੀ ਡਿਮਾਂਡ ਹੋਣੀ ਸ਼ੁਰੂ ਹੋ ਜਾਏਗੀ ਤੇ ਕਲੋਜ਼ ਸਬਸਟੀਟਿਊਟ ਹੋਣਗੇ, ਲੋਕ ਉਹਦਾ ਵੀ ਪ੍ਰੋਡਕਟ ਖਰੀਦਣਗੇ। ਤੇ ਫਿਰ ਜਿਹੜੀ ਐਵਰੇਜ ਰੈਵਨਿਊ ਕਰਵ ਜਿਹੜੀ ਪਹਿਲਾਂ ਐਵਰੇਜ ਰੈਵਨਿਊ ਤੇ ਮਾਰਜਨਲ ਇਹਦੇ ਵਿੱਚੋਂ ਜਾ ਰਹੀ ਸੀ, ਉਹ ਹੁਣ ਐਵਰੇਜ ਰੈਵਨਿਊ ਨੂੰ ਸਿਰਫ ਟੱਚ ਕਰਕੇ ਚਲੀ ਜਾਏਗੀ, ਬਾਕੀ ਸਾਰੀ ਕੰਡੀਸ਼ਨ ਸੇਮ ਰਹਿਣਗੀਆਂ। ਹੁਣ ਦੇਖੋ ਤੁਹਾਡਾ ਜਿਹੜਾ ਤੁਹਾਡੀ ਜਿਹੜੀ ਆਊਟਪੁੱਟ ਕਰਵ ਆ, ਜਿਹੜੀ OM ਕਰਵ ਆ, ਇਹ ਐਵਰੇਜ ਰੈਵਨਿਊ ਵੀ ਤੇ ਐਵਰੇਜ ਕਾਸਟ ਦੋਨਾਂ ਨੂੰ A ਪੁਆਇੰਟ 'ਤੇ ਟੱਚ ਕਰਦੀ ਹੈ। ਇਟ ਮੀਨਸ ਤੁਸੀਂ ਪ੍ਰਾਈਸ ਵੀ OP ਚਾਰਜ ਕਰਨਾ ਤੇ ਤੁਹਾਡੀ ਕਾਸਟ ਵੀ OP ਆਉਂਦੀ ਪਈ ਹੈ, ਇਸ ਲਈ ਇਹ ਕੰਡੀਸ਼ਨ ਆ ਨੋ ਪ੍ਰੋਫਿਟ ਨੋ ਲਾਸ ਦੀ, ਜਿਹਨੂੰ ਅਸੀਂ ਨਾਰਮਲ ਪ੍ਰੋਫਿਟ ਕਹਿ ਦਿੰਦੇ ਹਾਂ। ਤੇ ਜੇ ਐਵਰੇਜ ਕਾਸਟ ਜੇ ਹੋਰ ਫਰਮਸ ਐਂਟਰ ਹੋ ਗਈਆਂ ਤਾਂ ਐਵਰੇਜ ਕਾਸਟ ਕਰਵ ਜਿਹੜੀ ਉੱਪਰ ਚਲੀ ਜਾਏਗੀ, ਜਿਸ ਤਰ੍ਹਾਂ SAC ਜਿਹੜੀ ਸ਼ਾਰਟ ਰਨ ਐਵਰੇਜ ਕਾਸਟ ਆ ਹੋਰ ਉੱਪਰ ਚਲੀ ਗਈ ਹੈ, ਉਹਦੇ ਨਾਲ ਤੁਹਾਡੀ ਜਿਹੜੀ ਕਾਸਟ ਆ ਉਹ OP ਆਉਂਦੀ ਪਈ ਹੈ ਤੇ ਤੁਸੀਂ ਜਿਹੜਾ ਪ੍ਰਾਈਸ ਚਾਰਜ ਕਰਦੇ ਪਏ ਉਹ P1 ਆ, ਇਸ ਲਈ ਜਿਹੜਾ ਉਹ ਏਰੀਆ ਆ PBAP1 ਇਹ ਤੁਹਾਡੀ ਲਾਸ ਹੋਏਗੀ। ਤੇ ਲੌਂਗ ਪੀਰੀਅਡ ਦੇ ਵਿੱਚ ਫਰਮ ਨੂੰ ਸਿਰਫ ਤੇ ਸਿਰਫ ਨਾਰਮਲ ਪ੍ਰੋਫਿਟ ਸ਼ੁਰੂ ਹੁੰਦੇ ਆ। ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਮੋਨੋਪੋਲੀ 'ਚ ਸੁਪਰ ਨਾਰਮਲ ਪ੍ਰੋਫਿਟ ਹੁੰਦੇ ਆ, ਪਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਸਿਰਫ ਨਾਰਮਲ ਪ੍ਰੋਫਿਟ ਹੁੰਦੇ ਆ। ਨਾਰਮਲ ਪ੍ਰੋਫਿਟ ਦੀ ਕਰਵ ਬਸ ਇਹੀ ਫਰਕ ਇਹਦੇ 'ਚ ਪਾਉਣਾ ਆਪਾਂ ਕਿ ਆ ਜਿਹੜੀ ਪਹਿਲੀ ਕਰਵ ਸੀਗੀ ਤੁਹਾਡੀ ਇੱਥੇ ਇਹ ਵਾਲੀ ਸ਼ਾਰਟ ਰਨ ਐਵਰੇਜ ਕਾਸਟ ਤੇ ਮਾਰਜਨਲ ਐਵਰੇਜ ਕਾਸਟ ਸ਼ਾਰਟ ਰਨ ਮਾਰਜਨਲ ਕਾਸਟ, ਇਹਨਾਂ ਨੂੰ ਅਸੀਂ LMLAC ਇਸ ਤਰ੍ਹਾਂ ਲਿਖਣਾ ਕਿ ਸ਼ਾਰਟ ਰਨ ਐਵਰੇਜ ਕਾਸਟ ਤੇ ਸ਼ਾਰਟ ਰਨ ਮਾਰਜਨਲ ਕਾਸਟ, ਅਦਰਵਾਈਜ਼ ਸੇਮ ਹੋਏਗੀ, ਨੋ ਪ੍ਰੋਫਿਟ ਨੋ ਲਾਸ ਦਾ ਕੇਸ ਹੋਏਗਾ ਇਹ। ਉਸ ਤੋਂ ਬਾਅਦ ਵਾਟ ਇਜ਼ ਗਰੁੱਪ ਇਕੁਇਲਿਬਰੀਅਮ। ਗਰੁੱਪ ਇਕੁਇਲਿਬਰੀਅਮ ਜਿਹੜਾ ਆ ਇਹਦੇ ਵਿੱਚ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਏਗਾ ਸਾਨੂੰ ਕਿ ਫਰਮ ਤੇ ਇੰਡਸਟਰੀ 'ਚ ਫਰਕ ਹੁੰਦਾ। ਇੱਕੋ ਤਰ੍ਹਾਂ ਦੇ ਪ੍ਰੋਡਕਟ ਬਣਾਉਣ ਵਾਲੀਆਂ ਫਰਮਸ ਨੂੰ ਅਸੀਂ ਇੰਡਸਟਰੀ ਕਹਿ ਦਿੰਦੇ ਹਾਂ। ਮੋਨੋਪੋਲੀ ਦੇ ਵਿੱਚ ਤਾਂ ਫਰਮ ਤੇ ਇੰਡਸਟਰੀ ਇੱਕ ਹੀ ਹੁੰਦੀ ਆ, ਪਰ ਇੱਥੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਪਰ ਇਸ ਕੰਪੀਟੀਸ਼ਨ ਦੇ ਵਿੱਚ ਕਲੋਜ਼ ਸਬਸਟੀਟਿਊਟ ਹੁੰਦੇ ਆ, ਉਹਨਾਂ ਦੇ ਵਿੱਚ ਥੋੜ੍ਹੀ ਬਹੁਤੀ ਭਿੰਨਤਾ ਜਿਹੜੀ ਉਹ ਪਾਈ ਜਾਂਦੀ, ਜਿਸ ਤਰ੍ਹਾਂ ਆਪਾਂ ਕਿਹਾ ਹੀ ਸੀਗਾ, ਗੱਲ ਕਰ ਹੀ ਚੁੱਕੇ ਹਾਂ ਸਟਾਰਟਿੰਗ ਇਸ ਚੈਪਟਰ ਦੇ ਵਿੱਚ। ਅਸੀਂ ਇਸ ਲੈਕਚਰ ਦੀ ਸਟਾਰਟਿੰਗ ਹੀ ਆਪਾਂ ਪ੍ਰੋਡਕਟ ਡਿਫਰੈਂਸ਼ੀਏਸ਼ਨ ਤੋਂ ਕੀਤੀ ਹੈ। ਅਤੇ ਹੁਣ ਉਹ ਗਰੁੱਪ ਮਤਲਬ ਬਹੁਤ ਸਾਰੀਆਂ ਫਰਮਸ ਦਾ ਇੱਕ ਗਰੁੱਪ, ਜਿਹਨੂੰ ਵੈਸੇ ਬੇਸਿਕਲੀ ਕਈ ਵਾਰ ਆਪਾਂ ਇੰਡਸਟਰੀ ਵੀ ਕਹਿ ਦਿੰਦੇ ਹਾਂ, ਬਹੁਤ ਸਾਰੀਆਂ ਫਰਮਸ ਦਾ ਇੱਕ ਗਰੁੱਪ, ਉਹ ਇਸ ਤਰ੍ਹਾਂ ਡਿਸਾਈਡ ਹੋਏਗੀ ਉਹਦੇ ਵਿੱਚ ਜਿਹੜੀ ਉਹ ਕਿੱਥੇ ਇਕੁਇਲਿਬਰੀਅਮ 'ਚ ਹੋਏਗਾ, ਕਿੱਦਾਂ ਡਿਟਰਮਿਨ ਹੋਏਗਾ ਉਹਦਾ ਇਕੁਇਲਿਬਰੀਅਮ। ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ OX ਤੇ ਆਊਟਪੁੱਟ ਆ, OY ਤੇ ਰੈਵਨਿਊ ਐਂਡ ਕਾਸਟ ਆ, DD ਇਜ਼ ਅ ਡਿਮਾਂਡ ਕਰਵ, C ਇਜ਼ ਅ ਕਾਸਟ ਕਰਵ, CC ਇਜ਼ ਅ ਕਾਸਟ ਕਰਵ। ਹੁਣ ਇਹਦੇ ਵਿੱਚ ਉਹ ਪ੍ਰੋਪਰ ਡਾਇਗਰਾਮ ਅਸਲ 'ਚ ਜਿੱਦਾਂ ਤੁਸੀਂ ਹੁਣੇ ਹੀ ਪੜ੍ਹਾਈ ਆ ਆਪਾਂ ਡਾਇਗਰਾਮ, ਕਿ ਇਹ ਡਾਇਗਰਾਮ ਤਾਂ ਖੈਰ ਇਸੇ ਤਰ੍ਹਾਂ ਬਣਦੀ ਹੈ ਕਿ ਜਿਸ ਤਰ੍ਹਾਂ ਅਸੀਂ ਆ ਸੁਪਰ ਨਾਰਮਲ ਦੀ ਕਰਵ ਡਾਇਗਰਾਮ ਇਸੇ ਤਰ੍ਹਾਂ ਹੈ, ਪਰ ਬਸ ਇੱਥੇ ਸਿਰਫ ਇਹ ਹੈ ਕਿ ਆ ਇੱਕ ਕਾਸਟ ਕਰਵ ਸ਼ੋ ਕਰ ਦਿੱਤੀ ਗਈ ਹੈ ਅਤੇ ਇੱਕ ਡਿਮਾਂਡ ਕਰਵ ਐਵਰੇਜ ਰੈਵਨਿਊ ਕਰਵ ਜਿਹੜੀ ਉਹ ਸ਼ੋ ਕਰ ਦਿੱਤੀ ਗਈ, ਤਾਂ ਜੋ ਬਹੁਤੀ ਕਨਫਿਊਜ਼ਨ ਤੋਂ ਬਚਿਆ ਜਾ ਸਕੇ। ਅਦਰਵਾਈਜ਼ ਡਾਇਗਰਾਮ ਇਹ ਵੀ ਕੰਪਲੀਟ ਹੀ ਹੁੰਦੀ ਹੈ, ਪਰ ਇੱਥੇ ਐਵਰੇਜ ਰੈਵਨਿਊ, ਕਿਉਂਕਿ ਇਹ ਤੁਹਾਨੂੰ ਸ਼ਾਇਦ ਪਹਿਲੇ ਲੈਕਚਰਸ ਦੇ ਵਿੱਚ ਮੈਂ ਦੱਸ ਚੁੱਕੀ ਹਾਂ ਕਿ ਰੈਵਨਿਊ ਕਰਵ ਜਿਹੜੀ ਐਵਰੇਜ ਰੈਵਨਿਊ ਕਰਵ ਉਹ ਡਿਮਾਂਡ ਕਰਵ ਹੁੰਦੀ ਹੈ ਅਸਲ 'ਚ, ਇਸ ਲਈ ਡਾਊਨਵਰਡ ਸਲੋਪ ਦੀ ਡਿਮਾਂਡ ਕਰਵ ਆ, ਅਤੇ ਆਹ C ਕਾਸਟ ਕਰਵ ਹੈਗੀ ਆ। ਔਰ ਜਿਹੜਾ ABGR ਏਰੀਆ ਇਹ ਸੁਪਰ ਨਾਰਮਲ ਪ੍ਰੋਫਿਟ ਹੁੰਦੇ ਆ। ਪਰ ਜਦੋਂ ਇੱਕ ਫਰਮ ਨੂੰ ਸੁਪਰ ਨਾਰਮਲ ਪ੍ਰੋਫਿਟ ਹੁੰਦੇ ਦੇਖੇਗੀ ਤਾਂ ਦੂਸਰੀਆਂ ਫਰਮਸ ਐਂਟਰ ਕਰ ਜਾਣਗੀਆਂ। ਜਦੋਂ ਦੂਸਰੀਆਂ ਫਰਮਸ ਐਂਟਰ ਕਰਨਗੀਆਂ ਤਾਂ ਪਹਿਲੀਆਂ ਫਰਮਸ ਦੀ ਜਾਂ ਜਿਹੜੀ ਪਹਿਲੀ ਫਰਮ ਪਹਿਲਾਂ ਮਾਰਕੀਟ ਦੇ ਵਿੱਚ ਹੈਗੀ ਆ ਉਹਦੀ ਡਿਮਾਂਡ ਆ ਜਿਹੜੀ ਘਟ ਜਾਏਗੀ, ਅਤੇ ਡਿਮਾਂਡ ਜਦੋਂ ਘਟੇਗੀ ਉਹ ਲੈਫਟ ਹੈਂਡ ਸਾਈਡ ਨੂੰ ਹੇਠਾਂ ਨੂੰ ਸ਼ਿਫਟ ਕਰ ਜਾਏਗੀ, ਅਤੇ ਜਦੋਂ ਸ਼ਿਫਟ ਕਰੇਗੀ ਤਾਂ ਹੁਣ ਜਿਹੜਾ ਇਕੁਇਲਿਬਰੀਅਮ ਆ ਉਹ E ਪੁਆਇੰਟ 'ਤੇ ਆ ਜਾਏਗਾ। ਅਤੇ ਜਦੋਂ E ਪੁਆਇੰਟ 'ਤੇ ਇਕੁਇਲਿਬਰੀਅਮ ਆਏਗਾ, ਇੱਥੇ ਉਹੀ ਹੋਏਗਾ ਕਿ ਤੁਹਾਡੀ ਕਾਸਟ ਵੀ OB ਹੈ, ਤੁਹਾਡਾ ਪ੍ਰਾਈਸ ਚਾਰਜ ਕਰਦੇ ਪਏ ਉਹ ਵੀ OB ਹੈ, ਇਸ ਲਈ ਨੋ ਪ੍ਰੋਫਿਟ ਨੋ ਲਾਸ ਦਾ ਕੇਸ ਆ ਜਿਹੜਾ ਹੋ ਜਾਏਗਾ। ਮੈਂ ਸ਼ੁਰੂ 'ਚ ਸੁਪਰ ਨਾਰਮਲ ਪ੍ਰੋਫਿਟ ਹੁੰਦਾ। ਸੁਪਰ ਨਾਰਮਲ ਪ੍ਰੋਫਿਟ ਨੂੰ ਦੇਖ ਕੇ, ਕਿਉਂਕਿ ਇੱਕ ਫੀਚਰ ਆ ਕਿ ਕੋਈ ਵੀ ਫਰਮ ਕਦੀ ਵੀ ਐਂਟਰ ਕਰ ਸਕਦੀ ਹੈ, ਨਵੀਂ ਫਰਮ ਐਂਟਰ ਕਰ ਜਾਏਗੀ ਅਤੇ ਪਹਿਲੀ ਫਰਮ ਦੇ ਜਿਹੜੇ ਸੁਪਰ ਨਾਰਮਲ ਪ੍ਰੋਫਿਟ ਆ ਉਹ ਨਾਰਮਲ ਪ੍ਰੋਫਿਟ ਦੇ ਵਿੱਚ ਕਨਵਰਟ ਹੋ ਜਾਣਗੇ। ਨੈਕਸਟ ਟੋਪਿਕ ਹੈਗਾ ਐਕਸੈਸ ਕਪੈਸਿਟੀ। ਕੀ ਹੁੰਦੀ ਐਕਸੈਸ ਕਪੈਸਿਟੀ? ਦੇਖੋ ਵਰਡ ਤੋਂ ਪਤਾ ਚੱਲਦਾ ਪਿਆ ਕਿ ਵਾਧੂ ਜੋ ਤੁਸੀਂ ਪ੍ਰੋਡਿਊਸ ਕਰ ਸਕਦੇ ਹੋ। ਅਸਲ ਦੇ ਵਿੱਚ ਜਿੰਨਾ ਆਪਾਂ ਪ੍ਰੋਡਿਊਸ ਕਰਦੇ ਹੁੰਦੇ ਹਾਂ ਉਹਦੇ ਨਾਲੋਂ ਜ਼ਿਆਦਾ ਅਸੀਂ ਕਰ ਸਕਦੇ ਹੁੰਦੇ ਹਾਂ, ਪਰ ਨਹੀਂ ਕੀਤਾ ਜਾਂਦਾ, ਬਿਜ਼ਨਸਮੈਨ ਨਹੀਂ ਕਰਦਾ, ਕਿਉਂਕਿ ਉਹਨੂੰ ਲੱਗਦਾ ਹੁੰਦਾ ਕਿ ਜੇ ਉਹਨੇ ਜ਼ਿਆਦਾ ਸਪਲਾਈ ਕਰਤੀ ਤਾਂ ਉਹਦੇ ਪ੍ਰੋਡਕਟ ਦਾ ਪ੍ਰਾਈਸ ਘੱਟ ਜਾਏਗਾ। ਕਿਉਂਕਿ ਤੁਹਾਡੇ ਪ੍ਰੋਡਕਟ ਦਾ ਪ੍ਰਾਈਸ ਬਿਨਾਂ ਸ਼ੱਕ ਤੁਹਾਡੀ ਇੱਕ ਪ੍ਰਾਈਸ ਪੋਲਿਸੀ ਹੁੰਦੀ ਆ, ਪਰ ਉਹਨੂੰ ਵੀ ਤੁਹਾਡੇ ਪ੍ਰੋਡਕਟ ਦੀ ਡਿਮਾਂਡ ਅਤੇ ਤੁਹਾਡੇ ਪ੍ਰੋਡਕਟ ਦੀ ਸਪਲਾਈ ਹੈ ਜਿਹੜੀ ਉਹਦੇ ਅਕੋਰਡਿੰਗ ਜਿਹੜਾ ਡਿਸਾਈਡ ਕੀਤਾ ਜਾਂਦਾ। ਬੇਸ਼ੱਕ ਅਸੀਂ ਐਵਰੇਜ ਰੈਵਨਿਊ ਮਾਰਜਨ ਰੈਵਨਿਊ ਦੇ ਨਾਲ ਇੱਥੇ ਉਹ ਕੰਡੀਸ਼ਨਸ ਕਿ MR MC ਦੇ ਬਰਾਬਰ ਹੋਵੇ, MC MR ਨੂੰ ਹੇਠਾਂ ਤੋਂ ਕੱਟਦੀ ਹੋਵੇ, ਇਹ ਕੰਡੀਸ਼ਨਸ ਦੇ ਬੇਸ 'ਤੇ ਕਰਦੇ ਹਾਂ, ਪਰ ਫਿਰ ਵੀ ਡਿਮਾਂਡ ਐਂਡ ਸਪਲਾਈ ਦੀਆਂ ਜਿਹੜੀਆਂ ਕੰਡੀਸ਼ਨਸ ਆ ਉਹ ਦੇਖੀਆਂ ਜਾਂਦੀਆਂ, ਉਹਨਾਂ ਦੀਆਂ ਡਿਮਾਂਡ ਐਂਡ ਸਪਲਾਈ ਕਰਵਜ਼ ਨੂੰ ਦੇਖਿਆ ਜਾਂਦਾ। ਇਸ ਲਈ
ਅਸੀਂ ਜਿੰਨੀ ਕਪੈਸਿਟੀ ਸਾਡੀ ਪ੍ਰੋਡਕਸ਼ਨ ਦੀ ਹੁੰਦੀ ਆ ਉੱਥੇ ਤੱਕ ਪ੍ਰੋਡਿਊਸ ਨਹੀਂ ਕਰਦੇ ਹੁੰਦੇ, ਅਤੇ ਉਹ ਜਿਹੜਾ ਬਾਕੀ ਏਰੀਆ ਰਹਿ ਜਾਂਦਾ, ਜਿਹੜੀ ਸਾਡੀ ਇੱਕ ਜਿੰਨੀ ਅਸੀਂ ਐਕਚੁਅਲ ਪ੍ਰੋਡਕਸ਼ਨ ਕਰਦੇ ਹਾਂ, ਇੱਕ ਜਿੰਨੀ ਆਪਾਂ ਕਰ ਸਕਦੇ ਹਾਂ, ਉਹਦੇ ਵਿਚਲਾ ਜਿਹੜਾ ਗੈਪ ਆ ਉਹਨੂੰ ਤੁਸੀਂ ਐਕਸੈਸ ਕਪੈਸਿਟੀ ਕਹਿੰਦੇ ਹੋ, ਕਿ ਤੁਸੀਂ ਉਹ ਕਰ ਸਕਦੇ ਆ ਪਰ ਤੁਸੀਂ ਕਰਦੇ ਨਹੀਂ ਆ। ਜਿਸ ਤਰ੍ਹਾਂ ਹੁਣ ਡਾਇਗਰਾਮ ਦੇ ਵਿੱਚ ਦੇਖੋ, AR ਇਜ਼ ਅ ਐਵਰੇਜ ਰੈਵਨਿਊ ਕਰਵ, MR ਇਜ਼ ਅ ਮਾਰਜਨ ਰੈਵਨਿਊ ਕਰਵ, ਦੋਨੋਂ ਡਾਊਨਵਰਡ ਸਲੋਪ ਦੀਆਂ ਕਰਵਸ ਆ। LAC is a long period average cost and LMC is a long period marginal cost. ਮਾਰਜਨਲ ਕਾਸਟ ਐਵਰੇਜ ਕਾਸਟ ਨੂੰ ਉਹਦੇ ਮਿਨੀਮਮ ਤੋਂ ਕ੍ਰਾਸ ਕਰਦੀ ਹੈ, ਪਰ ਮਾਰਜਨਲ ਕਾਸਟ ਜਦੋਂ LAC ਨੂੰ ਉਹਦੇ ਮਿਨੀਮਮ ਤੋਂ ਕ੍ਰਾਸ ਕਰਦੀ ਹੈ, ਮਾਰਜਨਲ ਕਾਸਟ ਦਾ ਮਿਨੀਮਮ ਪਹਿਲਾਂ ਆਉਂਦਾ ਪਿਆ, ਔਰ ਮਾਰਜਨਲ ਕਾਸਟ ਮਾਰਜਨਲ ਰੈਵਨਿਊ ਨੂੰ ਵੀ ਹੇਠਾਂ ਤੋਂ ਕ੍ਰਾਸ ਕਰਦੀ ਹੈ, ਔਰ ਜਿੱਥੇ MC ਤੇ MR ਇੱਕ ਦੂਸਰੇ ਨੂੰ ਇੰਟਰਸੈਕਟ ਕਰਦੀਆਂ ਉਹ ਪੁਆਇੰਟ ਇਕੁਇਲੀਬਰੀਅਮ ਦਾ ਹੋਏਗਾ। ਇਸ ਲਈ ਤੁਹਾਡੀ ਆਊਟਪੁੱਟ ਕਿੰਨੀ ਹੋਏਗੀ, OQ, ਮੀਨਸ ਤੁਸੀਂ ਪ੍ਰੋਡਕਸ਼ਨ ਕਿੰਨੀ ਕਰੋਗੇ, OQ। ਪਰ ਜਦੋਂ ਤੁਸੀਂ OQ ਤੇ ਪ੍ਰੋਡਕਸ਼ਨ ਕਰਦੇ ਪਏ ਹੋ ਤੇ ਤੁਸੀਂ ਪ੍ਰਾਈਸ ਕਿੰਨਾ ਚਾਰਜ ਕਰਦੇ ਪਏ ਹੋ, OP, ਤੁਹਾਡੀ ਕਾਸਟ ਕਿੰਨੀ ਆਉਂਦੀ ਪਈ ਹੈ, OP। ਪਰ ਇਹ ਦੇਖੋ, ਜੇ ਤੁਸੀਂ ਐਵਰੇਜ ਕਾਸਟ ਨੂੰ ਧਿਆਨ ਦੇ ਨਾਲ ਦੇਖੋ ਤੇ ਇੱਥੇ ਐਵਰੇਜ ਕਾਸਟ ਸਾਡੀ ਡਿਕਰੀਜ਼ ਕਰ ਰਹੀ ਹੈ, ਪਰ ਐਵਰੇਜ ਕਾਸਟ ਦੇ ਵਿੱਚ ਦੇਖਿਆ ਜਾਂਦਾ ਕਿ ਕਾਸਟ ਦਾ ਜਿਹੜਾ ਮਿਨੀਮਮ ਲੈਵਲ ਆ ਉਹ ਬਾਅਦ ਵਿੱਚ ਆਉਂਦਾ ਪਿਆ। ਵੈਸੇ ਜੇ ਤੁਸੀਂ ਪ੍ਰੋਫਿਟ ਨੂੰ ਇੱਕ ਸਾਈਡ 'ਤੇ ਰੱਖ ਦਿਓ ਅਤੇ ਵੈਸੇ ਸਾਨੂੰ ਪ੍ਰੋਡਕਸ਼ਨ ਉੱਥੇ ਕਰਨੀ ਚਾਹੀਦੀ ਹੁੰਦੀ ਹੈ ਜਿੱਥੇ ਸਾਡੀ ਕਾਸਟ ਘੱਟ ਆਉਂਦੀ ਹੋਵੇ, ਪਰ ਇਸ ਕੇਸ ਦੇ ਵਿੱਚ ਬਿਜ਼ਨਸਮੈਨ ਦੀ ਜਿਹੜੀ ਕਾਸਟ ਆ ਉਹ ਮਿਨੀਮਮ ਕਿੱਥੇ ਆਏਗੀ, M ਪੁਆਇੰਟ 'ਤੇ, ਪਰ ਬਿਜ਼ਨਸਮੈਨ ਪ੍ਰੋਡਕਸ਼ਨ ਕਿੱਥੇ ਕਰਦਾ ਪਿਆ, R ਪੁਆਇੰਟ 'ਤੇ। ਇਹਦਾ ਮਤਲਬ ਕੀ ਹੈ ਕਿ ਬਿਜ਼ਨਸਮੈਨ ਆਪਣੇ ਮਿਨੀਮਮ 'ਤੇ ਜਾ ਕੇ ਪ੍ਰੋਡਕਸ਼ਨ ਕਰਦਾ ਹੀ ਨਹੀਂ ਪਿਆ, ਉਹ ਤਾਂ ਪ੍ਰੋਡਕਸ਼ਨ ਆਪਣੇ ਮਿਨੀਮਮ ਤੋਂ ਪਹਿਲਾਂ ਮੀਨਸ ਜ਼ਿਆਦਾ ਰੇਟ ਦੇ ਉੱਤੇ ਕਰਦਾ ਪਿਆ, ਉਹ ਸਸਤਾ ਪ੍ਰੋਡਿਊਸ ਕਰ ਸਕਦਾ, ਪਰ ਉਹ ਨਹੀਂ ਕਰਦਾ ਕਿਉਂਕਿ ਉਹਨੂੰ ਉੱਥੇ ਪ੍ਰੋਫਿਟ ਹੁੰਦੇ ਪਏ ਆ। ਜੇ ਉਹ ਹੇਠਾਂ ਆ ਜਾਂਦਾ ਸ਼ਾਇਦ ਉਹਨੂੰ ਉੱਥੇ ਪ੍ਰੋਫਿਟ ਨਹੀਂ ਹੋਣਗੇ, ਅਤੇ ਉਹ ਆਪਣੀ ਪੂਰੀ ਸਪਲਾਈ ਨਹੀਂ ਪਹਿਲਾਂ ਤੋਂ ਦੇਣੀ ਚਾਹੁੰਦਾ ਹੁੰਦਾ, ਜਿੰਨੇ ਰਿਸੋਰਸਿਸ ਆ ਉਹ ਪੂਰਿਆਂ ਨੂੰ ਐਕਸਪਲੋਇਟ ਨਹੀਂ ਕਰਨਾ ਚਾਹੁੰਦਾ ਹੁੰਦਾ, ਪੂਰਿਆਂ ਦਾ ਯੂਜ਼ ਨਹੀਂ ਕਰਨਾ ਚਾਹੁੰਦਾ ਹੁੰਦਾ। ਅਤੇ ਇਹਦਾ ਮਤਲਬ ਇਹ ਹੋਇਆ ਕਿ ਜੇ ਬਿਜ਼ਨਸਮੈਨ ਆਪਣੇ ਮਿਨੀਮਮ ਪੁਆਇੰਟ 'ਤੇ ਆ ਕੇ M 'ਤੇ ਆ ਕੇ ਪ੍ਰੋਡਕਸ਼ਨ ਕਰੇ ਅਤੇ ਉਹ Q1 ਪ੍ਰੋਡਿਊਸ ਕਰੂਗਾ, ਪਰ ਉਹ ਅਸਲ 'ਚ ਕਰਦਾ ਕਿੰਨਾ ਪਿਆ, OQ। ਇਸ ਲਈ Q to Q1 ਜਿਹੜਾ ਏਰੀਆ, ਇਹ ਐਕਸੈਸ ਕਪੈਸਿਟੀ ਦਾ ਏਰੀਆ, ਇਹਨੂੰ ਬਿਜ਼ਨਸਮੈਨ ਕਦੀ ਵੀ ਪ੍ਰੋਡਿਊਸ ਕਰ ਸਕਦਾ, ਪਰ ਬਿਜ਼ਨਸਮੈਨ ਕਰਦਾ ਨਹੀਂ ਹੈ। ਅਤੇ ਹੁਣ ਇਹ ਹੁੰਦਾ ਕਿ ਕੀ ਐਕਸੈਸ ਕਪੈਸਿਟੀ ਵੇਸਟਫੁੱਲ ਆ, ਅਤੇ ਇਹਦੇ ਲਈ ਅਲੱਗ-ਅਲੱਗ ਇਕਨੋਮਿਸਟਸ ਦਾ ਅਲੱਗ-ਅਲੱਗ ਵਿਚਾਰ ਆ। ਥੋੜ੍ਹੇ ਜਿਹੇ ਮੰਨਦੇ ਆ ਕਿ ਇਹ ਵੇਸਟਫੁੱਲ ਆ, ਜਿਹੜਾ ਤੁਸੀਂ ਯੂਜ਼ ਨਹੀਂ ਕਰਦੇ, ਜਿਹੜੀ ਤੁਸੀਂ ਪ੍ਰੋਡਕਸ਼ਨ ਨਹੀਂ ਕਰਦੇ, ਉਹਦੇ ਨਾਲ ਇੱਕ ਤਾਂ ਇਹ ਆ ਕਿ ਬਿਜ਼ਨਸਮੈਨ ਜ਼ਿਆਦਾ ਕਾਸਟ ਦੇ ਪ੍ਰੋਡਕਸ਼ਨ ਕਰਦਾ ਪਿਆ, ਪ੍ਰਾਈਸ ਜ਼ਿਆਦਾ ਚਾਰਜ ਕਰਦਾ ਪਿਆ, ਅਤੇ ਦੂਸਰਾ ਕਿ ਜਿਹੜੇ ਰਿਸੋਰਸਿਸ ਆ ਉਹ ਵੇਸਟ ਜਾਂਦੇ ਪਏ। ਪਰ ਬਹੁਤ ਸਾਰੇ ਇਕਨੋਮਿਸਟ ਦਾ ਇਹ ਮੰਨਣਾ ਹੈ ਕਿ ਇਹ ਹਮੇਸ਼ਾ ਹੋਣੀ ਚਾਹੀਦੀ ਹੈ, ਕਿਉਂਕਿ ਜੇ ਤੁਹਾਨੂੰ ਕਦੀ ਆਪਣੀ ਸਪਲਾਈ ਵਧਾਉਣ ਦੀ ਲੋੜ ਪੈ ਜਾਏ ਤਾਂ ਤੁਹਾਡੇ ਕੋਲ ਇੱਕ ਕਪੈਸਿਟੀ ਤਾਂ ਹੋਣੀ ਚਾਹੀਦੀ ਹੈ ਕਿ ਤੁਸੀਂ ਉਸਨੂੰ ਵਧਾ ਸਕਦੇ ਹੋ। ਇਸ ਲਈ ਇਹ ਵੇਸਟਫੁੱਲ ਹੈਗੀ ਆ ਜਾਂ ਨਹੀਂ, ਇਹਦੇ ਲਈ ਅਲੱਗ-ਅਲੱਗ ਇਕਨੋਮਿਸਟ ਦੇ ਅਲੱਗ-ਅਲੱਗ ਵਿਊਜ਼ ਹੈਗੇ ਆ। ਪਰ ਐਕਸੈਸ ਕਪੈਸਿਟੀ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਅਤੇ ਈਵਨ ਮੋਨੋਪਲੀ ਦੇ ਵਿੱਚ ਵੀ ਹੁੰਦੀ ਜ਼ਰੂਰ ਆ। ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੱਖੀ ਜਾਂਦੀ ਹੈ ਕਿ ਜੇ ਇਨ ਕੇਸ ਤੁਹਾਡੀ ਡਿਮਾਂਡ ਵੱਧ ਗਈ ਤਾਂ ਉਹ ਤੁਸੀਂ ਉਸ ਨੂੰ ਅੱਗੇ ਜਾ ਕੇ ਕਿਤੇ ਯੂਜ਼ ਕਰ ਸਕੋ। ਇਹ ਸੀ ਕੰਸੈਪਟਸ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਅੰਦਰ ਜਿਹੜੇ ਆਪਾਂ ਕਰਨੇ ਆ। ਪ੍ਰੋਡਕਟ ਡਿਫਰੈਂਸ਼ੀਏਸ਼ਨ, ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਪ੍ਰਾਈਸ ਕਿਸ ਤਰ੍ਹਾਂ ਡਿਟਰਮਿਨ ਹੁੰਦਾ, ਇਕੁਇਲੀਬਰੀਅਮ ਕਿਸ ਤਰ੍ਹਾਂ ਡਿਟਰਮਿਨ ਹੁੰਦਾ, ਗਰੁੱਪ ਇਕੁਇਲੀਬਰੀਅਮ ਕੀ ਹੁੰਦਾ, ਅਤੇ ਐਕਸੈਸ ਕਪੈਸਿਟੀ ਕੀ ਹੁੰਦੀ ਹੈ। ਨੈਕਸਟ ਜਿਹੜਾ ਆਪਾਂ ਕੱਲ੍ਹ ਦੇ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ।